ਗੁੱਡ ਮਾਰਨਿੰਗ ਪੰਜਾਬੀਓ, ਤੁਸੀਂ ਦੇਖ ਰਹੇ ਹੋ ABP ਸਾਂਝਾ ਤੇ ਲੈ ਕੇ ਹਾਜ਼ਰ ਹਾਂ ਪੰਜਾਬ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗ ਲਈ ਹੈ। ਉਹਨਾਂ ਨੇ ਆਪਣਾ ਮੁਆਫੀਨਾਮਾ ਈਮੇਲ ਜ਼ਰੀਏ ਭੇਜਿਆ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਭਵਿੱਖ ਦੇ ਵਿੱਚ ਅਜਿਹੀ ਗਲਤੀ ਨਹੀਂ ਕਰਨਗੇ। ਵਿਵਾਦਾਂ 'ਚ ਘਿਰੇ ਸਿੱਧੂ ਮੂਸੇਵਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗ ਲਈ ਹੈ। ਸਿੱਧੂ ਨੇ ਅਕਾਲ ਤਖਤ ਸਾਹਿਬ ਨੂੰ ਈਮੇਲ ਜ਼ਰੀਏ ਮੁਆਫੀਨਾਮਾ ਭੇਜਿਆ। ਸਿੱਧੂ ਨੇ ਆਪਣੀ ਮੇਲ 'ਚ ਲਿਖਿਆ ਕਿ ਉਹ ਆਪਣੇ ਵੱਲੋਂ ਕੀਤੀ ਗਈ ਅਣਜਾਣੀ ਭੁੱਲ ਲਈ ਸਿਰ ਝੁਕਾ ਕੇ ਮੁਆਫੀ ਮੰਗਦਾ ਹੈ ਅਤੇ ਇਸ ਗੱਲ ਨੂੰ ਯਕੀਨ ਦਿਵਾਉਂਦਾ ਹੈ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਉਹ ਜਦੋਂ ਹੁਕਮ ਹੋਵੇਗਾ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋ ਜਾਣਗੇ। ਮੁਆਫੀਨਾਮੇ 'ਚ ਸਿੱਧੂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਉਹ ਨਵੰਬਰ ਮਹੀਨੇ ਦੇ ਆਖਰੀ ਹਫ਼ਤੇ 'ਚ ਪੰਜਾਬ ਆਉਣਗੇ, ਜਿਸ ਦੌਰਾਨ ਉਹ ਆਪਣੇ ਪਰਿਵਾਰ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋ ਜਾਣਗੇ ਅਤੇ ਉਹਨਾਂ ਨੂੰ ਆਪਣੀ ਭੁੱਲ ਲਈ ਜੋ ਵੀ ਸਜ਼ਾ ਮਿਲੇਗੀ ਉਹ ਉਹਨਾਂ ਨੂੰ ਮਨਜ਼ੂਰ ਕਰਨਗੇ। ਪਿਛਲੇ ਕਈ ਦਿਨਾਂ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਗਾਣੇ ਨੂੰ ਲੈ ਕੇ ਕਾਫੀ ਵਿਵਾਦਾਂ ਚੱਲ ਰਹੇ ਨੇ। ਇਸ ਗਾਣੇ 'ਚ ਉਹਨਾਂ ਨੇ ਮਾਈ ਭਾਗ ਕੌਰ ਦੇ ਨਾਮ ਦੀ ਗਲਤ ਵਰਤੋਂ ਕੀਤੀ ਸੀ, ਜਿਸ ਤੋਂ ਬਾਅਦ ਸਿੱਖ ਭਾਈਚਾਰੇ 'ਚ ਸਿੱਧੂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਭਾਰੀ ਗੁੱਸਾ ਹੈ। ਇਸ ਵਿਵਾਦ ਤੇ ਸਿੱਧੂ ਲਗਾਤਾਰ ਮੁਆਫੀ ਮੰਗ ਰਹੇ ਨੇ। ਅੰਮ੍ਰਿਤਸਰ ਪੁਲਿਸ ਦੇ ਹੱਥ ਵੀਰਵਾਰ ਨੂੰ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਮੁਹਾਵਾ ਪਿੰਡ ਤੋਂ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਦੇ ਕੋਲ 1 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਡਰੱਗਸ ਤੋਂ ਇਲਾਵਾ ਪੁਲਿਸ ਨੇ ਇਹਨਾਂ ਦੇ ਕੋਲੋਂ ਹੋਰ ਵੀ ਸਮਾਨ ਫੜਿਆ। ਇਹ ਮੁਹਾਵਾ ਪਿੰਡ ਪੁਲਿਸ ਸਟੇਸ਼ਨ ਘਰਿੰਡਾ ਏਰੀਆ ਦੇ ਵਿੱਚ ਇਹ 2 ਜਾਣਿਆਂ ਤੋਂ ਇਹ ਰਿਕਵਰੀ ਹੋਈ ਹੈ। 1 ਕਿਲੋ ਦੀ ਰਿਕਵਰੀ ਹੋਈ ਹੈ। 2 ਜਾਣੇ ਗੁਰਪ੍ਰੀਤ ਤੇ ਲਵਪ੍ਰੀਤ, ਇਹਨਾਂ ਨੂੰ ਅਰੈਸਟ ਕੀਤਾ ਗਿਆ। ਇਹਨਾਂ ਕੋਲੋਂ ਇੱਕ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਵੀ ਰਿਕਵਰ ਕੀਤਾ ਗਿਆ। ਜੋ ਸਾਡੀ ਪਿਛਲੀ ਕੰਸਾਈਨਮੈਂਟ ਅਸੀਂ ਫੜੀ ਸੀ ਉਹਦੇ ਵਿੱਚ ਤਾਂ ਕ੍ਰਾਸ ਬਾਰਡਰ ਲਿੰਕ ਬਿਲਕੁਲ ਸਾਹਮਣੇ ਆਏ ਸੀ। ਇਹਦੇ ਵਿੱਚ ਕ੍ਰਾਸ ਬਾਰਡਰ ਲਿੰਕ ਇਹਨਾਂ ਦੇ ਥਰੂ ਹਜੇ ਫਿਲਹਾਲ ਸਾਹਮਣੇ ਨਹੀਂ ਆਏ, ਪਰ ਡਾਇਰੈਕਟਲੀ ਇਨਡਾਇਰੈਕਟਲੀ ਇਹ ਕਨੈਕਟਡ ਹੈਗੇ ਜਾਂ ਨਹੀਂ ਹੈਗੇ ਇਹ ਤਫਤੀਸ਼ ਸਾਹਮਣੇ ਆਊਗਾ। ਸਰ, ਸ਼ੇਰੇ ਦੀ ਜਿਹੜੀ ਹੈਰਨ ਸ਼ੇਰੇ ਕੋ ਬਰਾਮਦ ਹੋਈ ਸੀ, ਇਹਦਾ ਸ਼ੇਰੇ ਨਾਲ ਕੋਈ ਕਨੈਕਸ਼ਨ ਸੀਗਾ ਜਾਂ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਉਹ ਸ਼ੇਰੇ ਤੋਂ ਲਿੰਕ ਜਾਂ ਕਿਤੋਂ ਹੋਰ ਪ੍ਰਾਪਤ ਹੋਈ ਜੀ? ਨਹੀਂ, ਕਾਫੀ ਸਾਰੀਆਂ ਸਾਨੂੰ ਲੀਡਸ ਇੱਕ ਕਿਸੇ ਵੀ ਖੇਪ ਦੇ ਵਿੱਚੋਂ ਮਿਲਦੀਆਂ। ਅੱਗੇ ਦੀ ਅੱਗੇ ਫਿਰ ਆਪਰੇਸ਼ਨ ਲਾਂਚ ਹੁੰਦੇ ਆ। ਜਿਵੇਂ ਜਿਵੇਂ ਇਨਪੁਟਸ ਡਿਵੈਲਪ ਹੁੰਦੀਆਂ ਤੇ ਐਵੀਡੈਂਸ ਦੇ ਆਧਾਰ ਤੇ ਫਿਰ ਉਹਨਾਂ ਨੂੰ ਲੈ ਕੇ ਆਂਦਾ ਜਾਂਦਾ ਤਫਤੀਸ਼ ਦੇ ਵਿੱਚ। ਤੇ ਇਹ ਉਹਦੇ ਤੋਂ ਇੱਕ ਸੈਪਰੇਟ ਮੋਡਿਊਲ ਲੱਗ ਰਿਹਾ ਕਿ ਸੀਗਾ ਇਹਦਾ ਉਸ ਖੇਪ ਦੇ ਨਾਲ ਸਿੱਧੇ ਤੌਰ ਤੇ ਕੋਈ ਕਨੈਕਸ਼ਨ ਨਹੀਂ ਆ ਰਿਹਾ। ਸਰ ਜੀ, ਗੱਲ ਕਰੀਏ ਕਿ ਜਿਹੜਾ ਪਾਕਿਸਤਾਨ ਤੋਂ ਹੈਰੋਇਨ ਆਉਂਦੀ ਸੀ, ਇਹਨਾਂ ਦਾ ਰੂਟ ਜਿਹੜਾ ਸੀਗਾ ਬਾਰਡਰ ਤੋਂ ਇਹ ਕਿਵੇਂ ਭੇਜਦੇ ਸੀ? ਕਿਉਂਕਿ ਅੱਜ ਕੱਲ੍ਹ ਡਰੋਨ ਰਾਹੀਂ ਇੱਕ ਪਿਛਲੇ ਪੁਲਿਸ ਨੇ ਇੱਕ ਬ੍ਰੇਕ ਕੀਤਾ ਹੈ ਕਿ ਜਿਹੜੇ ਹਥਿਆਰਾਂ ਦੀ ਸਪਲਾਈ ਹੋ ਰਹੀ ਸੀ ਉਹ ਕਿਤੇ ਨਾ ਕਿਤੇ ਡਰੋਨ ਦੇ ਰਾਹੀਂ ਹੋ ਰਹੀ ਸੀ। ਕੀ ਇਹ ਜਿਹੜੀ ਹੈਰੋਇਨ ਦੀ ਸਪਲਾਈ ਹੈ ਇਹ ਵੀ ਡਰੋਨ ਰਾਹੀਂ ਤਾਂ ਨਹੀਂ ਕਰ ਰਹੇ? ਨਹੀਂ, ਫਿਲਹਾਲ ਇਸ ਤਰ੍ਹਾਂ ਦਾ ਕੁਝ ਨੋਟਿਸ 'ਚ ਨਹੀਂ ਆਇਆ ਕਿ ਡਰੋਨ ਰਾਹੀਂ ਹੈਰੋਇਨ ਦੀ ਸਪਲਾਈ ਹੋ ਰਹੀ ਹੈ। ਬਠਿੰਡਾ 'ਚ ਨਵ ਜਨਮੀਆਂ 2 ਮਾਸੂਮ ਬੱਚਿਆਂ ਨੂੰ ਪਰਿਵਾਰ ਵੱਲੋਂ ਨਹਿਰ 'ਚ ਸੁੱਟ ਕੇ ਮਾਰ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਬੱਚਿਆਂ ਦੀ ਨਾਨੀ ਮਲਕੀਤ ਕੌਰ ਅਤੇ ਮਾਮਾ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਦੋਵਾਂ ਤੇ ਧਾਰਾ 302 ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ। ਜਨਮ ਤੋਂ ਬਾਅਦ ਜੁੜਵਾ ਬੱਚਿਆਂ ਨੂੰ ਬੱਚਾ ਬਾੜ 'ਚ ਹਸਪਤਾਲ ਦੇ ਸਟਾਫ ਦੀ ਨਿਗਰਾਨੀ 'ਚ ਰੱਖਿਆ ਹੋਇਆ ਸੀ। ਡਾਕਟਰਾਂ ਮੁਤਾਬਕ ਬੁੱਧਵਾਰ ਰਾਤ 8:30 ਵਜੇ ਪਰਿਵਾਰ ਬੱਚਿਆਂ ਨੂੰ ਉੱਥੋਂ ਲੈ ਕੇ ਚਲਾ ਗਿਆ ਸੀ ਅਤੇ ਪਰਿਵਾਰ ਨੇ ਹਵਾਲਾ ਦਿੱਤਾ ਸੀ ਕਿ ਉਹ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲਵਾਉਣਾ ਚਾਹੁੰਦੇ ਨੇ ਤੇ ਉਧਰ ਪਰਿਵਾਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਰਾਤ 2 ਵਜੇ ਹੀ ਮੌਤ ਹੋ ਗਈ ਸੀ। ਕੇਂਦਰ ਸਰਕਾਰ ਲੰਡਨ ਤੋਂ ਅੰਮ੍ਰਿਤਸਰ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ, ਜਿਸ ਨਾਲ ਵਿਦੇਸ਼ 'ਚ ਵਸਦੇ ਪੰਜਾਬੀਆਂ ਦੇ ਲਈ ਖੁਸ਼ੀ ਦੀ ਖਬਰ ਹੈ। ਨਵੰਬਰ 'ਚ ਕਰਤਾਰਪੁਰ ਲਾਂਘਾ ਵੀ ਖੁੱਲ੍ਹਣ ਜਾ ਰਿਹਾ ਹੈ ਤੇ ਇੱਧਰ ਫਲਾਈਟ ਸ਼ੁਰੂ ਹੋਣ ਦੇ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਦਿੱਲੀ ਦੀ ਬਜਾਏ ਸਿੱਧਾ ਅੰਮ੍ਰਿਤਸਰ ਹੀ ਉਤਾਰਿਆ ਜਾਵੇਗਾ। ਇਸ ਦੌਰਾਨ ਕਾਂਗਰਸ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਇਸ ਉਡਾਨ ਤੇ ਕਈ ਸਵਾਲ ਵੀ ਖੜੇ ਕੀਤੇ ਨੇ। ਮੈਂ ਦੱਸਣਾ ਚਾਹੁੰਦਾ ਕਿ ਪਹਿਲੀ ਗੱਲ ਤੇ ਮੈਂ ਇਸ ਇਨੀਸ਼ੀਏਟਿਵ ਦਾ ਥੈਂਕਸ ਕਰਦਾ ਕਿ ਜਿੰਨਾ ਵੀ ਇਨੀਸ਼ੀਏਟਿਵ ਲਿਆ ਹੈ ਲੰਡਨ ਦੀ ਜਿਹੜੀ ਫਲਾਈਟ ਚਲਾਈ ਹੈ, ਹਰਦੀਪ ਪੁਰੀ ਜੀ ਦਾ ਵੀ ਔਰ ਕੈਪਟਨ ਅਮਰਿੰਦਰ ਸਿੰਘ ਦਾ, ਜਿੰਨਾ ਸਮੇਂ ਦੇ ਤੇ ਕੋਸ਼ਿਸ਼ ਕੀਤੀ। ਮੇਰਾ ਇਤਰਾਜ਼ ਇਸ ਗੱਲ ਨੂੰ ਲੈ ਕੇ ਹੈ ਕਿ ਸਟੈਨਸਟਡ ਏਅਰਪੋਰਟ ਜਿਹੜਾ ਆ ਉਹ ਸਿਰਫ ਲੰਡਨ ਦੇ ਕੁਝ ਹਿੱਸੇ ਨੂੰ ਫੀਡ ਕਰੂਗਾ ਔਰ ਜਦੋਂ ਇਹ ਫਲਾਈਟ ਚੱਲੇਗੀ, ਜੇ ਫਲਾਈਟ ਕਾਮਯਾਬ ਨਾ ਹੋਈ ਫਿਰ ਇਹਨਾਂ ਕਹਿਣਾ ਜੀ ਲੰਡਨ ਨੂੰ ਫਲਾਈਟ ਦਿੱਤੀ ਸੀ ਤੁਹਾਡੀ ਕਾਮਯਾਬ ਨਹੀਂ ਹੋਈ। ਪਹਿਲੀ ਗੱਲ ਇਹ 3 ਦਿਨ ਫਲਾਈਟ ਹੈ। ਵੱਡਾ ਪ੍ਰਕਾਸ਼ ਪੁਰਬ ਆ ਰਿਹਾ ਜਿਹੜਾ ਮਤਲਬ ਸਾਰੇ ਵਰਲਡ ਹੀ, ਸਾਰੀ ਮਨੁੱਖਤਾ ਹੀ ਲੱਗੀ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ, ਤੇ ਇਹ ਵੀ ਫਲਾਈਟ ਉਹਨੂੰ ਧਿਆਨ 'ਚ ਰੱਖਦੇ ਚਲਾਈ ਜਾ ਰਹੀ ਹੈ। ਮੇਰਾ ਇਤਰਾਜ਼ ਇਸ ਗੱਲ ਦਾ ਆ ਕਿ ਲਾਗੇ ਲਾਹੌਰ ਆ, ਪਾਕਿਸਤਾਨ ਆ, ਜਿਹਦੇ ਨਾਲ ਸਾਡੇ ਕੋਈ ਸੰਬੰਧ ਸਿਖਾਵੇ ਨਹੀਂ ਕਦੀ ਹੋਏ। ਉਹਨੇ 2 ਜਗ੍ਹਾ ਤੋਂ, ਲਾਹੌਰ ਤੋਂ ਤੇ ਸਿਆਲਕੋਟ ਤੋਂ ਡਾਇਰੈਕਟ ਫਲਾਈਟ ਇਥਰੋਂ ਨੂੰ ਦੇ ਰਿਹਾ।
ਹੀਥਰੋ ਜਿਹੜਾ 에ਅਰਪੋਰਟ ਆ, ਮੇਰੀ ਮੰਗ ਵੀ ਹੀਥਰੋ 에ਅਰਪੋਰਟ ਵਾਸਤੇ ਰਹੀ ਹੈ, ਕਿਉਂਕਿ ਹੀਥਰੋ 에ਅਰਪੋਰਟ ਯੂਰਪ ਨੂੰ ਫੀਡ ਕਰਦਾ ਹੈ, ਹੀਥਰੋ 에ਅਰਪੋਰਟ ਦੁਨੀਆ ਦੇ ਹਰ ਕੋਨੇ ਨੂੰ ਫੀਡ ਕਰਦਾ ਹੈ। ਉੱਥੋਂ ਕੋਈ ਵੀ ਜਿਹੜਾ ਪੰਜਾਬੀ ਉੱਥੋਂ ਆਰਾਮ ਨਾਲ ਫਲਾਈਟ ਅੰਮ੍ਰਿਤਸਰ ਦੀ ਲੈ ਸਕਦਾ ਹੈ। ਸਟੈਂਡਸਟਡ ਦੇ ਕੋਈ ਅੰਤਰਰਾਸ਼ਟਰੀ ਕਨੈਕਸ਼ਨ ਨਹੀਂ ਬਣਨੀ ਇਸ ਫਲਾਈਟ ਦੇ ਨਾਲ। ਤੇ ਜਦੋਂ ਪਾਕਿਸਤਾਨ ਨੇ ਮੌਕਾ ਦੇ ਦਿੱਤਾ ਤੇ ਕੁਦਰਤੀ ਗੱਲ ਹੈ, ਜਿਹੜੇ ਲੋਕਾਂ ਨੇ ਆਉਣਾ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰਿਆਂ ਨੂੰ ਉੱਥੇ ਉਤਰਨਗੇ। ਪਰ ਪੰਜਾਬੀਆਂ ਦਾ ਮਨ ਪੰਜਾਬ 'ਚ ਉਤਰਨ ਵਾਲਿਆ, ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਵਾਲਿਆ, ਸੁਲਤਾਨਪੁਰ ਲੋਧੀ ਜਾਣ ਵਾਲਿਆ, ਡੇਰਾ ਬਾਬਾ ਨਾਨਕ ਹੈ, ਕਰਤਾਰਪੁਰ ਸਾਹਿਬ ਹੈ। ਪਰ ਜਿਹੜੀ ਸਾਡੀ ਕੇਂਦਰ ਸਰਕਾਰ ਆ ਉਹਨੂੰ ਬੇਨਤੀ ਹੈ ਕਿ ਤੁਸੀਂ ਸਾਨੂੰ 7 ਦਿਨ ਫਲਾਈਟ ਇੱਕ ਨਹੀਂ ਘੱਟੋ ਘੱਟ ਫਰੈਂਕਫਰਟ ਤੋਂ, ਇਸ ਸਮੇਂ 'ਚ ਐਮਸਟਰਡਮ ਤੋਂ ਔਰ ਲੰਡਨ ਤੋਂ ਡਾਇਰੈਕਟ ਔਰ ਟੋਰਾਂਟੋ ਤੋਂ ਡਾਇਰੈਕਟ ਫਲਾਈਟਾਂ ਜਿਹੜੀਆਂ ਅੰਮ੍ਰਿਤਸਰ ਚਲਾਈਆਂ ਜਾਣ ਲਗਾਤਾਰ 2 ਮਹੀਨੇ ਫਲਾਈਟ ਜਿਹੜੀਆਂ ਨੇ, ਤਾਂ ਕਿ ਜਿਹੜਾ ਪੰਜਾਬੀ ਭੈਣ ਭਰਾ ਬਾਹਰੋਂ ਆਉਣਾ ਚਾਹੁੰਦੇ ਉਹ ਇੱਥੇ ਆ ਸਕਣ। ਹੁਣ ਜਿਹੜੇ ਪੰਜਾਬੀ ਉੱਥੇ ਪਾਕਿਸਤਾਨ ਜਾਣਗੇ, ਜਦੋਂ ਹਿੰਦੁਸਤਾਨ ਉਤਰਨਗੇ ਫਿਰ ਉਹਨਾਂ ਨੂੰ ਇਹ ਸ਼ੱਕ ਦੀ ਨਿਗਾਹ ਨਾਲ ਦੇਖਣਗੇ, ਫਿਰ ਉਹ ਨਵੀਆਂ ਪ੍ਰੋਬਲਮਸ ਕ੍ਰੀਏਟ ਹੋਣਗੀਆਂ। ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦਿੱਲੀ 'ਚ ਜੇਕਰ NRC ਲਾਗੂ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਦਿੱਲੀ BJP ਪ੍ਰਧਾਨ ਮਨੋਜ ਤਿਵਾਰੀ ਹੀ ਬਾਹਰ ਜਾਣਗੇ। ਇਹ ਕਹਿਣਾ ਸੀ ਅਰਵਿੰਦ ਕੇਜਰੀਵਾਲ ਦਾ, ਜਿਸ ਤੋਂ ਬਾਅਦ ਹੁਣ ਇਸ ਬਿਆਨ ਤੇ ਸਿਆਸਤ ਸ਼ੁਰੂ ਹੋ ਚੁੱਕੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ NCR ਤੇ ਦਿੱਤੇ ਬਿਆਨ ਤੋਂ ਬਾਅਦ ਸਿਆਸਤ ਲਗਾਤਾਰ ਭਖਦੀ ਜਾ ਰਹੀ ਹੈ। ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਦਿੱਲੀ 'ਚ NCR ਲਾਗੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ BJP ਦੇ ਪ੍ਰਧਾਨ ਮਨੋਜ ਤਿਵਾਰੀ ਨੂੰ ਦਿੱਲੀ ਛੱਡਣੀ ਪਵੇਗੀ, ਜਿਸ ਤੋਂ ਬਾਅਦ ਹੁਣ BJP ਵੀ ਲਗਾਤਾਰ ਕੇਜਰੀਵਾਲ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। एक तो NRC के सवाल पे अगर वो कहते हैं मनोज तिवारी को छोड़ना चाहिए पहले, तो हम पूछना चाहते हैं कि अरविंद केजरीवाल जी, आप ये कहना चाहते हो कि पूर्वांचल से आया हुआ व्यक्ति इलीगल घुसपैठिया है, विदेशी है, दिल्ली से भगाएंगे उसको? प्रवासी लोग जो उत्तरांचल से आए होंगे, हिमाचल से आए होंगे, उड़ीसा से, मध्य प्रदेश से, हरियाणा, पंजाब से, उनको आप विदेशी समझते हो, दिल्ली से उनको भगाओगे? आप भी तो उन्हीं में से एक हो। तो अगर अरविंद केजरीवाल की ये नीयत है कि जो भी बाहर से प्रवासी आया उसको हम भगा देंगे दिल्ली से, तो मैं समझता हूँ वो मानसिक रूप से दिवालिया हो गए हैं। नहीं तो दूसरा सवाल उठता है कि एक IRS ऑफिसर को ये नहीं पता कि NRC क्या होती है। NRC में जो भारत के बाहर का कोई व्यक्ति जो चोरी से सीमा पार करके इलीगल ढंग से घुसपैठ करके कहीं न कहीं फैल करके बैठा हुआ है, उनको चिन्हित करने और उनको वापस उनके देश भेजने की प्रक्रिया NRC है। अरविंद केजरीवाल प्रवासी लोगों को, पूर्वांचल के लोगों को अगर विदेशी समझते हैं तो मैं समझता हूं एक राष्ट्र एक संविधान इसके वो शत्रु हैं, जिसका वो पहले भी एग्जाम्पल दे चुके हैं। रिपब्लिक डे परेड का विरोध करके, भारत तेरे टुकड़े होने का समर्थन करके, भारत की बर्बादी तक जंग रहेगी जारी इसका समर्थन करके, तो अब दिल्ली विचार करेगी अरविंद केजरीवाल पे। देखिए, केजरीवाल साहब का एक इतिहास रहा है, जब से वो राजनीतिक क्षेत्र में आए हैं इस प्रकार की बयानबाजी करते हैं, बिना सोचे समझे बोलते हैं। उनको शायद NRC का मतलब नहीं पता क्या होता है। वो जो बाहर के जो दूसरे देशों के लोग हैं, NRC उनके संदर्भ में है, उनको एक बार उनकी पहचान करने के मामले में है। ये इस प्रकार की बात करके मुझे लगता है कि अगर उस कैटेगरी की बात करें, मनोज तिवारी जी की कैटेगरी की, तो ये भी तो उस कैटेगरी के हैं। ये भी तो हमारे हरियाणा से आकर के यहाँ बसे हैं। तो मुझे लगता है कि इनको केवल इस प्रकार के विवादास्पद बयान दे करके और खबरों में बने रहने का ही इनको एक थोड़ा सा एक वो चस्का लगा रहता है। ਇਸਰੋ ਨੂੰ ਹਾਲੇ ਵੀ ਚੰਦਰਯਾਨ 2 ਦੇ ਵਿਕਰਮ ਲੈਂਡਰ ਤੋਂ ਕੋਈ ਵੀ ਸਿਗਨਲ ਨਹੀਂ ਮਿਲਿਆ। ਇਸ ਦਾ ਦਾਅਵਾ ਇਸਰੋ ਦੇ ਚੀਫ ਕੇ ਸਿਵਾਨ ਨੇ ਕੀਤਾ। ਉਹਨਾਂ ਨੇ ਦੱਸਿਆ ਕਿ ਚੰਦਰਯਾਨ 2 ਦਾ ਆਰਬਿਟ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ, ਪਰ ਅਸੀਂ ਲੈਂਡਰ ਵਿਕਰਮ ਦੇ ਨਾਲ ਹਾਲੇ ਤੱਕ ਵੀ ਸੰਪਰਕ ਨਹੀਂ ਸਾਧ ਸਕੇ। ਇੱਕ ਕੌਮੀ ਪੱਧਰ ਕਮੇਟੀ ਇਸ ਸੰਬੰਧੀ ਵਿਸ਼ਲੇਸ਼ਣ ਕਰੇਗੀ ਅਤੇ ਲੈਂਡਰ ਨਾਲ ਅਸਲ 'ਚ ਕੀ ਵਾਪਰਿਆ ਇਸ ਦੀ ਜਾਂਚ ਵੀ ਕਰੇਗੀ। August 15th, we should launch a man to moon, space. For that, the first unmanned mission, we are planning to have that next year end. And the second unmanned mission, we are targeting for August 2021, so that the manned mission we will be having by December 2021. And ISRO is really the full steam to work towards achieving this Gaganyaan mission. Any update about Chandrayaan 2? Chandrayaan 2, that is the orbiter is doing very well.
and all satellite operations are, payload operations are commenced, and it is extremely doing well. And lander, there is that we have got now no signal, but orbiter is working very well. Will ISRO plan any Chandrayaan-2 in future? That we are working out a detailed way that maybe that a committee, national level committee is now analyzing what really gone wrong with the lander. Maybe after the committee submitted the report, then we will be working on what is the future plan. And also necessary approvals and all required. So many processes are required, and that we are working on that. ਕੈਨੇਡਾ ਦੇ ਵਿੱਚ ਫੈਡਰਲ ਚੋਣਾਂ ਨੂੰ ਲੈ ਕੇ ਜਿਵੇਂ ਹੀ ਦਿਨ ਘਟਦੇ ਜਾ ਰਹੇ ਨੇ ਤਾਂ ਉਵੇਂ ਹੀ ਸਿਆਸੀ ਪ੍ਰਚਾਰ ਵੀ ਤੇਜ਼ ਹੁੰਦਾ ਜਾ ਰਿਹਾ ਹੈ। ਲਗਾਤਾਰ ਸਿਆਸੀ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਤੇ ਲੋਕਾਂ ਦੇ ਨਾਲ ਵਾਅਦੇ ਕਰ ਰਹੀਆਂ ਨੇ ਤੇ ਹੁਣ ਪ੍ਰਚਾਰ ਦੌਰਾਨ ਉੱਠਿਆ ਵਾਤਾਵਰਣ ਨੂੰ ਲੈ ਕੇ ਅਹਿਮ ਮੁੱਦਾ। ਫੈਡਰਲ ਚੋਣਾਂ 'ਚ ਮੌਸਮ ਤਬਦੀਲੀ ਦਾ ਇੱਕ ਵੱਡਾ ਮੁੱਦਾ ਬਣਿਆ ਹੋਇਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਦੀ ਨੇਤਾ ਕੈਥਰੀਨ ਮੈਕਕੇਨਾ ਨੇ ਕਿਹਾ ਹੈ ਕਿ ਸਾਡੀ ਸਰਕਾਰ ਨੇ ਗ੍ਰੀਨ ਹਾਊਸ ਦੇ ਲਈ ਸਖਤ ਟੀਚਿਆਂ ਨੂੰ ਮਿਥਿਆ ਹੋਇਆ ਅਤੇ ਅਸੀਂ ਗ੍ਰੀਨ ਹਾਊਸ ਗੈਸਾਂ 0% ਤੱਕ ਲੈ ਕੇ ਆਉਣ 'ਚ ਕਾਫੀ ਹੱਦ ਤੱਕ ਸਫਲ ਵੀ ਰਹੇ ਹਾਂ ਅਤੇ ਜੇ ਮੁੜ ਸਰਕਾਰ ਬਣਦੀ ਹੈ ਅਸੀਂ ਕਲੀਨ ਟੈਕਸ ਕੰਪਨੀਆਂ ਤੇ ਵਿਸ਼ੇਸ਼ ਟੈਕਸ ਛੂਟ ਦੇਵਾਂਗੇ ਤਾਂ ਜੋ ਕਿ ਕੈਨੇਡਾ ਦੇ ਵਾਤਾਵਰਣ ਨੂੰ ਸਾਫ਼ ਅਤੇ ਸ਼ੁੱਧ ਕੀਤਾ ਜਾਵੇ। ਉਧਰ ਐਨਡੀਪੀ ਦੇ ਉਮੀਦਵਾਰ ਜਗਮੀਤ ਸਿੰਘ ਨੇ ਇਸ ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਲਿਬਰਲ ਪਾਰਟੀ ਝੂਠਾ ਪ੍ਰਚਾਰ ਕਰ ਰਹੀ ਹੈ। ਇੱਕ ਪਾਸੇ ਤਾਂ ਲਿਬਰਲ ਕੈਨੇਡਾ ਦੇ ਤੱਟ ਤੋਂ ਗੈਸ ਪਾਈਪਲਾਈਨਾਂ ਦੇ ਕੋਰੀਡੋਰ ਬਣਾ ਰਹੀ ਹੈ ਤਾਂ ਦੂਸਰੇ ਪਾਸੇ ਵੱਡੀਆਂ ਕੰਪਨੀਆਂ ਨੂੰ ਫਾਇਦਾ ਵੀ। ਫਿਰ ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਵਾਤਾਵਰਣ ਪੱਖੀ ਕਿਵੇਂ ਹੋਈ? ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰੂ ਸ਼ੀਅਰ ਨੇ ਛੋਟੇ ਕਾਰੋਬਾਰਾਂ ਤੇ ਟੈਕਸ ਦੇ ਨਿਯਮਾਂ ਵਿੱਚ ਤਬਦੀਲੀ ਕਰਨ ਅਤੇ ਹੋਰ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਅਤੇ ਨਾਲ ਹੀ ਟਰੂਡੋ ਸਰਕਾਰ ਨੂੰ ਮੌਸਮ ਤਬਦੀਲੀਆਂ ਦੇ ਮੁੱਦੇ ਤੇ ਵੀ ਘੇਰਿਆ। 66 governments, along with leading businesses and other organizations, took the net zero pledge. To get there, we all need to do our part. Today, I'm happy to announce that a re-elected Liberal government would also take up this pledge, that we will also commit to reaching net zero emissions by 2050. Here in Canada, we'll appoint a group of experts to help us chart a path forward, and we'll legislate 5-year targets along the way. We will hit net zero by 2050, not only because we can, but because we must. And a big part of our plan to get to net zero includes creating an economic ecosystem where clean tech companies can thrive. A re-elected Liberal government will cut corporate tax in half for zero emissions clean tech companies. While Mr. Trudeau caved to the fossil fuel industry, we are committing to ending fossil fuel subsidies once and for all. He bought a pipeline for $4.5 billion. What a betrayal of our future. Instead, what we would do is invest in the future. Today, I'm here to announce how a new Conservative government will help our small businesses succeed so they can do what they do best, create jobs and help more Canadians get ahead. We'll start by repealing Trudeau's tax increases and restoring small business deductions on passive investments. Treating small businesses like big corporations so they can tax them more is just more proof that Justin Trudeau doesn't get it. ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਐਂਡਰੂ ਸ਼ੀਅਰ ਅਤੇ ਲਿਬਰਲ ਪਾਰਟੀ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀਆਂ ਯੋਜਨਾਵਾਂ ਦੇ ਬਾਰੇ ਦੱਸਦੇ ਹੋਏ ਕੈਨੇਡੀਅਨ ਨਾਲ ਕੁਝ ਹੋਰ ਵਾਅਦੇ ਕੀਤੇ। ਕੰਜ਼ਰਵੇਟਿਵ ਲੀਡਰ ਐਂਡਰੂ ਸ਼ੀਅਰ ਨੇ ਕਿਹਾ ਕਿ ਜੇਕਰ ਲੋਕ ਘਰਾਂ 'ਚ ਵਾਤਾਵਰਣ ਪੱਖੀ ਸੁਧਾਰਾਂ ਲਈ ਮੁਰੰਮਤ ਕਰਵਾਉਣਗੇ ਤਾਂ ਉਹਨਾਂ ਦੀ ਸਰਕਾਰ 20% ਲਾਗਤ ਵਾਪਸ ਮੋੜੇਗੀ। ਜਦੋਂ ਕਿ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਇੱਕ ਨਵੀਂ ਚੁਣੀ ਗਈ ਲਿਬਰਲ ਸਰਕਾਰ ਵਾਤਾਵਰਣ ਪੱਖੀ ਸੁਧਾਰਾਂ ਦੇ ਲਈ ਮੁਰੰਮਤ ਕਰਵਾਉਣ ਵਾਲਿਆਂ ਨੂੰ $40,000 ਦੇ ਵਿਆਜ ਮੁਕਤ ਕਰਜ਼ਾ ਦੇਵੇਗੀ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੈਨਕੂਵਰ 'ਚ ਮਕਾਨ ਲਾਂਡਰਿੰਗ ਅਤੇ ਸੱਟੇਬਾਜ਼ੀ ਨੂੰ ਖਤਮ ਕਰਨ ਦੇ ਆਪਣੀ ਪਾਰਟੀ ਦੇ ਪਲਾਨ ਸਾਂਝੇ ਕੀਤੇ, ਜਦਕਿ ਸਰੀ ਵਿੱਚ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਅਰ ਨੇ ਕੁਬੈਕ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਦੇ ਲਈ ਵਾਅਦਾ ਕੀਤਾ। As Prime Minister, I will establish the Green Homes Tax Credit that will allow you to lower your home's emissions through green renovations. This 2-year program will encourage Canadians to renovate their homes with emission-reducing technologies.
With our plan, you'll be eligible to receive a 20% refundable credit on your income tax for green improvements to your homes of over $1,000 and up to $20,000. We will introduce a new interest-free loan of up to $40,000 for homeowners and landlords who want to make their homes more energy efficient. Now people will be able to replace those leaky windows or that old furnace, not only making their home more comfortable and lowering their monthly bills, but also keeping our environment healthy. We're going to put in place a $20 million investment and a specific targeted approach to tackling money laundering. And half of that investment would go specifically to BC to make sure we tackle that crisis and the money laundering that we know is going on right now. And secondly, we're going to put in place the beneficial ownership registry, which would effectively do this. It would ensure that those criminals that are using numbered corporations to hide their assets, to hide their ownership, they would be tracked and we would be able to clamp down on it. Our solution will have a fence at the Roxham Road, just there, but instead of our RCMP officers being there and telling them, yes, you can cross illegally our border, you can come to Canada, we'll have our RCMP officer on the other side of the fence and they will tell them, you want to come to Canada? You will come, but not here. Just cross the border over there, where everybody is crossing the border at an official port of entry, and you'll be welcome. ਅੱਜ ਦੇ ਬੁਲਟਨ ਦੇ ਵਿੱਚ ਫਿਲਹਾਲ ਇਨਾ ਹੀ। ਦੇਸ਼ ਤੇ ਦੁਨੀਆ ਦੀ ਹਰ ਵੱਡੀ ਖਬਰ ਲਈ ਤੁਸੀਂ ਬਣੇ ਰਹੋ ABP ਸਾਂਝਾ ਦੇ ਨਾਲ।